ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਪੰਜਾਬ ਮੇਲ USA TV। ਮੈਂ ਬरुण ਕੌਰ ਮਾਨ। ਖਬਰਾਂ ਦੇ ਬੁਲੇਟਿਨ ਦੇ ਵਿੱਚ ਤੁਹਾਡਾ ਸਵਾਗਤ। ਖਬਰਾਂ ਦੇ ਬੁਲੇਟਿਨ ਦੇ ਸਪਾਂਸਰ ਰੀਮੈਕਸ ਦੇ ਰੀਅਲਟਰ ਗੁਰਜਿਤਿੰਦਰ ਸਿੰਘ ਰੰਧਾਵਾ। ਇਹਨਾਂ ਤੋਂ ਹਰ ਤਰੀਕੇ ਦੀ ਪ੍ਰਾਪਰਟੀ ਖਰੀਦੀ ਤੇ ਵੇਚੀ ਜਾ ਸਕਦੀ ਹੈ। ਇਹਨਾਂ ਦੇ ਫੋਨ ਨੰਬਰ ਵੀ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ। ਤੇ ਹੁਣ ਪੇਸ਼ ਨੇ ਪਹਿਲਾਂ ਚੋਣਵੀਆਂ ਖਬਰਾਂ। CM ਮਾਨ ਨੇ ਦਿੱਤੇ ਨਿਰਦੇਸ਼, ਆਦਮਪੁਰ ਹਵਾਈ ਅੱਡੇ ਤੋਂ ਮੁੜ ਸ਼ੁਰੂ ਹੋਣਗੀਆਂ ਘਰੇਲੂ ਉਡਾਣਾਂ। ਵਰਤਾਨੀਆ ਦਾ ਗੋਲਡਨ ਵੀਜ਼ਾ ਲੈਣ ਵਾਲੇ ਕਈ ਲੋਕਾਂ ਦਾ ਸੰਬੰਧ ਅਪਰਾਧਾਂ ਅਤੇ ਭ੍ਰਿਸ਼ਟਾਚਾਰ ਦੇ ਨਾਲ। ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਦੇ ਘਰੋਂ ਵਕੀਲਾਂ ਨੂੰ ਵੱਡੀ ਗਿਣਤੀ ਦੇ ਵਿੱਚ ਮਿਲੇ ਖੁਫੀਆ ਦਸਤਾਵੇਜ਼। USA ਦੇ ਹਿੱਸੇ ਆਇਆ ਮਿਸ ਯੂਨੀਵਰਸ ਦਾ ਤਾਜ, ਹਰਨਾਜ ਸੰਧੂ ਨੇ ਪਹਿਨਾਇਆ ਉਹਨਾਂ ਨੂੰ ਤਾਜ। ਜਾਰਜ ਫਲਾਇਡ ਦੀ ਤਰ੍ਹਾਂ ਅਮਰੀਕਾ ਦੇ ਵਿੱਚ ਇੱਕ ਹੋਰ ਕਾਲੇ ਦੀ ਹੱਤਿਆ। ਕੈਨੇਡਾ 'ਚ ਅਗਵਾ ਮੁਟਿਆਰ ਦੀ ਉਗ-ਸੁਗ ਦੇਣ ਵਾਲੇ ਨੂੰ ਮਿਲਣਗੇ $1 ਲੱਖ। ਅਮਰੀਕਾ ਦੇ ਵਿੱਚ ਬੱਚਿਆਂ ਦੀ ਤਲਾਸ਼ੀ ਦੇ ਲਈ ਰਚਨਾਕ ਐਲੀਮੈਂਟਰੀ ਸਕੂਲ ਵਿੱਚ ਲੱਗੇਗਾ ਮੈਟਲ ਡਿਟੈਕਟਰ। ਨੇਪਾਲ ਤੋਂ ਵੱਡੀ ਖਬਰ, ਹਵਾਈ ਅੱਡੇ ਤੇ ਯਾਤਰੀ ਜਹਾਜ਼ ਕ੍ਰੈਸ਼। ਇਟਲੀ ਸਰਕਾਰ ਨੇ ਦੇਕ ਰੂਤੋ ਫਲੂਸੀ ਰਾਹੀਂ 82,570 ਕਾਮਿਆਂ ਦੀ ਮੰਗ ਨੂੰ ਦਿੱਤੀ ਹਰੀ ਝੰਡੀ। ਤੇ ਹੁਣ ਇਹਨਾਂ ਖਬਰਾਂ ਦਾ ਵਿਸਥਾਰ। ਅਮਰੀਕਾ, ਕੈਨੇਡਾ ਸਣੇ ਦੇਸ਼ ਵਿਦੇਸ਼ ਦੀਆਂ ਹੋਰ ਬਹੁਤ ਸਾਰੀਆਂ ਖਬਰਾਂ। ਜਲੰਧਰ ਦੇ ਆਦਮਪੁਰ ਹਵਾਈ ਅੱਡੇ ਤੋਂ ਜਲਦੀ ਹੀ ਘਰੇਲੂ ਉਡਾਣਾਂ ਨੂੰ ਮੁੜ ਸ਼ੁਰੂ ਕਰ ਦਿੱਤਾ ਜਾਵੇਗਾ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅਧਿਕਾਰੀਆਂ ਨੂੰ ਆਉਂਦੇ ਮਾਰਚ ਦੇ ਅੰਤ ਤੱਕ ਇਸ ਹਵਾਈ ਅੱਡੇ ਤੋਂ ਘਰੇਲੂ ਉਡਾਣਾਂ ਮੁੜ ਸ਼ੁਰੂ ਕਰਨ ਨੂੰ ਯਕੀਨੀ ਬਣਾਉਣ ਦੇ ਲਈ ਕਿਹਾ ਹੈ। ਇੱਥੇ ਸ਼ਹਿਰੀ ਹਵਾਬਾਜ਼ੀ ਵਿਭਾਗ ਦੀ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਮੁੱਖ ਮੰਤਰੀ ਨੇ ਦੁੱਖ ਦੇ ਨਾਲ ਕਿਹਾ ਕਿ ਹਵਾਈ ਅੱਡੇ ਤੋਂ ਉਡਾਣਾਂ ਬੰਦ ਹੋਣ ਦੇ ਨਾਲ ਖੇਤਰ ਦੇ ਲੋਕਾਂ ਦਾ, ਖਾਸ ਕਰਕੇ ਪ੍ਰਵਾਸੀ ਭਾਰਤੀਆਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ। ਉਹਨਾਂ ਨੇ ਕਿਹਾ ਕਿ ਸੂਬਾ ਸਰਕਾਰ ਲੋਕਾਂ ਦੀ ਸਹੂਲਤ ਦੇ ਲਈ ਮਾਰਚ ਦੇ ਅੰਤ ਤੱਕ ਉਡਾਣਾਂ ਮੁੜ ਸ਼ੁਰੂ ਕਰਨ ਦੇ ਲਈ ਵਚਨਬੱਧ ਹੈ। ਮੁੱਖ ਮੰਤਰੀ ਨੇ ਕਿਹਾ ਕਿ ਹਵਾਈ ਅੱਡੇ ਤੋਂ ਉਡਾਣਾਂ ਮੁੜ ਸ਼ੁਰੂ ਹੋਣ ਦੇ ਨਾਲ ਇਸ ਖੇਤਰ ਨੂੰ ਦੁਨੀਆ ਦੇ ਬਾਕੀ ਦੇਸ਼ਾਂ ਦੇ ਨਾਲ ਸਿੱਧੇ ਹਵਾਈ ਸੰਪਰਕ ਦੀ ਸਹੂਲਤ ਹਾਸਲ ਹੋਏਗੀ। ਇਹ ਹਵਾਈ ਅੱਡਾ ਖੇਤਰ ਦੇ ਲੋਕਾਂ, ਖਾਸ ਕਰਕੇ ਪ੍ਰਵਾਸੀ ਭਾਰਤੀਆਂ ਦੇ ਸਮੇਂ, ਪੈਸੇ ਅਤੇ ਊਰਜਾ ਦੀ ਬਚਤ ਕਰਨ ਦੇ ਨਾਲ-ਨਾਲ ਇਸ ਖੇਤਰ ਦੇ, ਖਾਸ ਕਰਕੇ ਜਲੰਧਰ ਸ਼ਹਿਰ ਦੇ ਆਰਥਿਕ ਵਿਕਾਸ ਨੂੰ ਹੋਰ ਹੁਲਾਰਾ ਦੇਵੇਗਾ। ਪ੍ਰਵਾਸੀ ਭਾਰਤੀਆਂ ਨੂੰ ਆਪਣੀਆਂ ਜੜ੍ਹਾਂ ਦੇ ਨਾਲ ਜੁੜੇ ਰਹਿਣ ਦੀ ਸਹੂਲਤ ਦੇਣ ਦੇ ਨਾਲ-ਨਾਲ ਇਹ ਹਵਾਈ ਅੱਡਾ ਸੂਬੇ ਦੀ ਮੀਡੀਆ ਰਾਜਧਾਨੀ ਦੇ ਵਿੱਚ ਮੈਡੀਕਲ ਟੂਰਿਜ਼ਮ ਅਤੇ ਉਦਯੋਗਿਕ ਵਿਕਾਸ ਨੂੰ ਹੁਲਾਰਾ ਦੇਵੇਗਾ। ਬਰਤਾਨੀਆ ਦੇ ਵਿੱਚ ਸਥਾਈ ਤੌਰ ਤੇ ਰਹਿਣ ਦੇ ਲਈ ਜਾਰੀ ਹੋਣ ਵਾਲਾ ਗੋਲਡਨ ਵੀਜ਼ਾ ਸਕੀਮ ਲਈ ਕੀਤੀ ਗਈ ਸਮੀਖਿਆ 'ਚ ਇਸ ਨੂੰ ਦੇਸ਼ ਲਈ ਖਤਰਾ ਕਿਹਾ ਗਿਆ। ਇਸ ਵੀਜ਼ੇ ਦੀ ਵਰਤੋਂ ਰੂਸੀ ਰਾਸ਼ਟਰਪਤੀ ਪੁਤਿਨ ਦੇ ਸਾਥੀਆਂ ਵੱਲੋਂ ਵੀ ਕੀਤੀ ਗਈ ਸੀ। ਇਸ ਸਕੀਮ ਦੇ ਨਾਲ ਰਾਸ਼ਟਰੀ ਸੁਰੱਖਿਆ ਦੇ ਲਈ ਖਤਰਾ ਪੈਦਾ ਹੋ ਗਿਆ ਹੈ, ਕਿਉਂਕਿ ਭ੍ਰਿਸ਼ਟਾਚਾਰ ਜਾਂ ਅਪਰਾਧਕ ਗਤੀਵਿਧੀਆਂ ਦੇ ਨਾਲ ਸੰਬੰਧਿਤ ਲੋਕਾਂ ਨੂੰ ਪਿਛਲੇ ਦਰਵਾਜ਼ੇ ਰਾਹੀਂ ਵੀਜ਼ੇ ਦਿੱਤੇ ਗਏ। ਗ੍ਰਹਿ ਮੰਤਰੀ ਨੇ ਕਿਹਾ ਕਿ ਸਮੀਖਿਆ ਤੋਂ ਪਤਾ ਲੱਗਾ ਹੈ ਕਿ ਵਿਨੇਕਾਰਾਂ ਦੇ ਅਪਰਾਧਾਂ ਦੇ ਨਾਲ ਸੰਬੰਧ ਸਨ। ਇਸ ਯੋਜਨਾ ਨੂੰ ਪਿਛਲੇ ਸਾਲ ਬੰਦ ਕਰ ਦਿੱਤਾ ਗਿਆ ਸੀ। ਸਰਕਾਰ ਦੀ ਗੋਲਡਨ ਵੀਜ਼ਾ ਪ੍ਰਣਾਲੀ ਦੀ ਵਰਤੋਂ 10 ਰੂਸੀਆਂ ਵੱਲੋਂ ਕੀਤੀ ਗਈ ਸੀ, ਜਿਨ੍ਹਾਂ ਕਮਾਈ ਅਪਰਾਧ ਅਤੇ ਭ੍ਰਿਸ਼ਟਾਚਾਰ ਦੇ ਨਾਲ ਇਕੱਠੀ ਕੀਤੀ ਹੋਈ ਸੀ। ਕੁੱਲ ਅਜਿਹੇ ਜਾਰੀ ਕੀਤੇ ਗਏ 12,000 ਵੀਜ਼ਾਸ ਦੇ ਵਿੱਚੋਂ 2500 ਕੇਵਲ ਰੂਸੀ ਲੋਕਾਂ ਨੂੰ ਜਾਰੀ ਕੀਤੇ ਗਏ। ਜ਼ਿਕਰਯੋਗ ਹੈ ਕਿ ਇਹ ਸਕੀਮ 2008 ਦੇ ਵਿੱਚ ਸ਼ੁਰੂ ਕੀਤੀ ਗਈ ਸੀ, ਜਿਸ ਵਿੱਚ ਯੋਗ ਬਿਨੇਕਾਰਾਂ ਨੂੰ ਘੱਟੋ-ਘੱਟ 20 ਲੱਖ ਪਾਉਂਡ UK ਦੀਆਂ ਰਜਿਸਟਰਡ ਕੰਪਨੀਆਂ 'ਚ ਨਿਵੇਸ਼ ਕਰਨੇ ਹੁੰਦੇ ਸਨ। ਸਫਲ ਬਿਨੇਕਾਰ 5 ਸਾਲ ਦੇ ਲਈ UK 'ਚ ਕੰਮ ਕਰਨ ਜਾਂ ਪੜ੍ਹਾਈ ਕਰਨ ਦੇ ਯੋਗ ਹੁੰਦੇ ਨੇ ਅਤੇ ਹੋਰ ਨਿਵੇਸ਼ ਕਰਨ ਤੋਂ ਬਾਅਦ ਸਥਾਈ ਤੌਰ ਤੇ ਰਹਿਣ ਦੇ ਲਈ ਅਰਜ਼ੀ ਦੇ ਸਕਦੇ ਸਨ। ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਦੇ ਵਕੀਲਾਂ ਨੂੰ ਡੈਲਾਵੇਅਰ ਦੇ ਵਿਲਮਿੰਗਟਨ 'ਚ ਸਥਿਤ ਉਹਨਾਂ ਦੇ ਘਰੋਂ ਪਹਿਲਾਂ ਦੱਸੀ ਗਈ ਗਿਣਤੀ ਤੋਂ ਜ਼ਿਆਦਾ ਖੁਫੀਆ ਦਸਤਾਵੇਜ਼ ਮਿਲੇ ਨੇ। ਵਾਈਟ ਹਾਊਸ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ ਸੀ। ਵਾਈਟ ਹਾਊਸ ਦੇ ਵਕੀਲ ਨੇ ਕਿਹਾ ਕਿ ਇੱਕ ਬਿਆਨ 'ਚ ਇਹ ਗੱਲ ਦੱਸੀ ਹੈ ਕਿ ਬਾਈਡਨ ਦੀ ਨਿੱਜੀ ਲਾਇਬ੍ਰੇਰੀ ਦੀ ਤਲਾਸ਼ੀ ਦੇ ਦੌਰਾਨ ਕੁੱਲ ਖੁਫੀਆ ਦਸਤਾਵੇਜ਼ਾਂ ਦੇ ਕੁੱਲ 6 ਪੇਜ ਮਿਲੇ। ਵਾਈਟ ਹਾਊਸ ਨੇ ਪਹਿਲਾਂ ਦੱਸਿਆ ਸੀਗਾ ਕਿ ਉੱਥੋਂ ਕੇਵਲ 1 ਪੇਜ ਬਰਾਮਦ ਹੋਇਆ। ਇਸ ਤੋਂ ਇਲਾਵਾ ਦਸੰਬਰ ਵਿੱਚ ਬਾਈਡਨ ਨੇ ਗੈਰਾਜ ਅਤੇ ਨਵੰਬਰ ਦੇ ਵਿੱਚ ਵਾਸ਼ਿੰਗਟਨ ਸਥਿਤ ਉਹਨਾਂ ਦੇ ਪਹਿਲੇ ਦਫ਼ਤਰ ਪੇਨ ਬਾਈਡਨ ਸੈਂਟਰ ਤੋਂ ਵੀ ਦਸਤਾਵੇਜ਼ ਮਿਲੇ ਸੀ, ਜੋ ਉਹਨਾਂ ਦੇ ਉਪ ਰਾਸ਼ਟਰਪਤੀ ਕਾਰਜਕਾਲ ਦੌਰਾਨ ਦੇ ਸਨ। ਸੋਬਰ ਨੇ ਸ਼ਨੀਵਾਰ ਨੂੰ ਇੱਕ ਬਿਆਨ 'ਚ ਕਿਹਾ ਕਿ ਬਾਈਡਨ ਦੇ ਨਿੱਜੀ ਵਕੀਲਾਂ ਨੇ ਸੁਰੱਖਿਆ ਮਨਜ਼ੂਰੀ ਨਾ ਹੋਣ ਕਾਰਨ ਬੁੱਧਵਾਰ ਸ਼ਾਮ ਨੂੰ ਇੱਕ ਪੇਜ ਮਿਲਣ ਤੋਂ ਬਾਅਦ ਉਹਨਾਂ ਦੀ ਤਲਾਸ਼ੀ ਨੂੰ ਰੁਕਵਾ ਦਿੱਤਾ ਸੀ। ਸੋਬਰ ਨੂੰ ਬਾਕੀ ਬਚੀ ਸਮੱਗਰੀ ਵੀਰਵਾਰ ਨੂੰ ਮਿਲੀ, ਜਦੋਂ ਉਹ ਨਿਆਂ ਵਿਭਾਗ ਦੇ ਅਧਿਕਾਰੀਆਂ ਨੂੰ ਨਾਲ ਲੈ ਕੇ ਪਹੁੰਚੇ।
ਉਹਨਾਂ ਨੇ ਕਿਹਾ ਹੈ ਕਿ ਉਹਨਾਂ ਦੇ ਨਾਲ ਮੌਜੂਦਾ ਵਿਭਾਗ ਦੇ ਅਧਿਕਾਰੀਆਂ ਨੇ ਦਸਤਾਵੇਜ਼ਾਂ ਨੂੰ ਤੁਰੰਤ ਜ਼ਬਤ ਕਰ ਲਿਆ। मिस यूनिवर्स 2022 ਦੇ ਵਿਨਰ ਦਾ ਐਲਾਨ ਹੋ ਚੁੱਕਿਆ ਹੈ। ਅਮਰੀਕਾ 'ਚ ਹੋਏ 71ਵੇਂ ਮਿਸ ਯੂਨੀਵਰਸ ਦਾ ਤਾਜ USA ਦੀ ਗੈਬਰੀਅਲ ਨੇ ਆਪਣੇ ਨਾਮ ਕੀਤਾ ਹੈ। ਖਿਤਾਬ ਨੂੰ ਜਿੱਤ ਕੇ ਉਹ ਬਹੁਤ ਖੁਸ਼ ਨੇ। ਦੁਨੀਆ ਭਰ ਦੀਆਂ ਹਸੀਨਾਵਾਂ ਨੂੰ ਪਿੱਛੇ ਛੱਡ ਕੇ ਗੈਬਰੀਅਲ ਮਿਸ ਯੂਨੀਵਰਸ 2022 ਬਣ ਗਏ ਨੇ। ਦੁਨੀਆ ਭਰ ਦੇ 84 ਕੰਟੈਸਟੈਂਟਸ ਨੂੰ ਹਰਾ ਕੇ ਬੇਨੀ ਗੈਬਰੀਅਲ ਨੇ ਇਹ ਤਾਜ ਜਿੱਤਿਆ। ਸਾਬਕਾ ਮਿਸ ਯੂਨੀਵਰਸ ਹਰਨਾਜ ਸੰਧੂ ਨੇ ਉਹਨਾਂ ਨੂੰ ਤਾਜ ਪਹਿਨਾਇਆ। 2021 ਵਿੱਚ ਭਾਰਤ ਦੀ ਹਰਨਾਜ ਸੰਧੂ ਨੇ ਮਿਸ ਯੂਨੀਵਰਸ ਦਾ ਖਿਤਾਬ ਜਿੱਤਿਆ ਸੀ। ਹਰਨਾਜ ਨੂੰ 12 ਦਸੰਬਰ 2021 ਨੂੰ 70ਵੀਂ ਮਿਸ ਯੂਨੀਵਰਸ ਦਾ ਖਿਤਾਬ ਪਹਿਨਾਇਆ ਗਿਆ। ਅਮਰੀਕਾ ਵਿੱਚ ਪੁਲਿਸ ਨੇ ਜਾਰਜ ਫਲਾਇਡ ਦੀ ਤਰ੍ਹਾਂ ਇੱਕ ਹੋਰ ਕਾਲੇ ਵਿਅਕਤੀ ਦੀ ਹੱਤਿਆ ਕਰ ਦਿੱਤੀ ਹੈ। ਇੱਥੇ ਲਾਸ ਏਂਜਲਸ ਪੁਲਿਸ ਇੱਕ ਹਾਦਸੇ ਤੋਂ ਬਾਅਦ ਕਾਲੇ ਕੀਨਨ ਨੂੰ ਗ੍ਰਿਫਤਾਰ ਕਰਨ ਪਹੁੰਚੀ ਸੀ ਔਰ ਗ੍ਰਿਫਤਾਰੀ ਦਾ ਵਿਰੋਧ ਕਰਨ ਤੇ ਪੁਲਿਸ ਨੇ ਉਸ ਤੇ ਟੇਜ਼ਰ ਬੰਦੂਕ ਦੇ ਨਾਲ ਹਮਲਾ ਕੀਤਾ। ਇਸ ਤੋਂ ਥੋੜੀ ਦੇਰ ਬਾਅਦ ਉਸ ਨੂੰ ਦਿਲ ਦਾ ਦੌਰਾ ਪਿਆ ਅਤੇ ਉਸ ਦੀ ਮੌਤ ਹੋ ਗਈ। ਪੁਲਿਸ ਨੇ ਕੀਨਨ ਦੇ ਨਾਲ ਬਿਲਕੁਲ ਉਹੀ ਕੀਤਾ ਜਿਵੇਂ 25 ਮਈ 2020 ਨੂੰ ਜਾਰਜ ਫਲਾਇਡ ਦੇ ਨਾਲ ਕੀਤਾ ਗਿਆ ਸੀ। ਪੁਲਿਸ ਨੇ ਪਹਿਲਾਂ ਕੀਨਨ ਨੂੰ ਘੇਰ ਕੇ ਜ਼ਮੀਨ ਤੇ ਸੁੱਟ ਦਿੱਤਾ ਤੇ ਫਿਰ ਬਾਂਹ ਦੇ ਨਾਲ 30 ਸੈਕਿੰਡ ਤੱਕ ਉਸ ਦੀ ਗਰਦਨ ਨੂੰ ਦਬਾਇਆ। ਇਸ ਤੋਂ ਬਾਅਦ ਟੇਜ਼ਰ ਬੰਦੂਕ ਦੇ ਨਾਲ ਕਰੰਟ ਲਾਇਆ। ਉਹ ਬੇਹੋਸ਼ ਹੋ ਗਿਆ। ਉਸ ਨੂੰ ਹਸਪੀਟਲ ਲਿਜਾਇਆ ਗਿਆ। ਇੱਥੇ 4-5 ਘੰਟੇ ਤੋਂ ਬਾਅਦ ਉਸ ਨੂੰ ਦਿਲ ਦਾ ਦੌਰਾ ਪੈ ਗਿਆ। ਇਹ ਮਾਮਲਾ 3 ਜਨਵਰੀ ਦਾ ਦੱਸਿਆ ਜਾ ਰਿਹਾ। ਹੁਣ ਇਸ ਘਟਨਾ ਦਾ ਵੀਡੀਓ ਸਾਹਮਣੇ ਆਇਆ ਹੈ। ਕੀਨਨ ਜਿਹੜਾ ਹੈ ਉਹ ਚਚੇਰਾ ਭਰਾ ਸੀ ਕਰਲਸ ਦਾ, ਜਿਸਨੇ ਬਲੈਕ ਲਾਈਵਜ਼ ਮੈਟਰ ਮੁਹਿੰਮ ਚਲਾਈ ਸੀ। ਪੈਟਰਿਸ ਨੇ ਕਿਹਾ, ਪੁਲਿਸ ਨੇ ਮੇਰੇ ਭਰਾ ਨੂੰ ਮਾਰ ਦਿੱਤਾ। ਉਹ ਮਦਦ ਮੰਗ ਰਿਹਾ ਸੀ ਪਰ ਉਸ ਨੂੰ ਮਦਦ ਨਹੀਂ ਮਿਲੀ। नेपाल तो वड्डी खबर सामने आई। इत्थों दे पोखरा अंतरराष्ट्री हवाई अड्डे ते यात्री जहाज क्रैश हो जाने की खबर मिली। समाचार एजेंसी ANI ने संबंधी जानकारी दी। दस्सिया गया कि इस जहाज दे विच 72 सीटां ने। इस विच 68 यात्री सवार सन। बचाव कार्य जारी सन। हादसे मगरों हवाई अड्डे नूं फिलहाल बंद कर दिता गया सी। जानकारी के मुताबक जेती एयरलाइंस के जहाज ने काठमंडू तो पोखरा दे लई उड़ान भरी सी। इस दे विच 4 क्रू मैंबर भी सवार सन। जहाज पोखरा नेड़े पहुंचिया सीगा कि पहाड़ी इलाके दे विच हादसे दा शिकार होया। इस मामले की विस्तृत जानकारी की हले उड़ीक है। नेपाली मीडिया के मुताबक यह हादसा पुराने हवाई अड्डे और पोखरा अंतरराष्ट्रीय हवाई अड्डे के विचकार वापरिया। यह भी दस्सिया जा रहा है कि हादसा खराब मौसम कारण होया। यात्री जहाज पहाड़ी के नाल टकराया और नदी के विच डिग गया। अमेरिका के जॉर्जिया ते अलबामा दे विच भयानक तूफान के कारण ढह ढेरी हुए मकाना के मलबे चों शुक्रवार नूं लोकां नूं बाहर कढ़िया गया। इस तूफान कारण घट्टो घट्ट 9 लोगों की मौत हो चुकी है। भयानक तूफान ने कई अस्थाई घरां नूं तबाह कर दिता। दरखत अते बिजली के खंभियां नूं उखाड़ दिता। एक माल गड्डी पटड़ी तो उतर गई। जिन्हां लोगों के घर नुकसाने गए ने वो मलबे चों जरूरी चीज़ों की भाल करते हुए देखे गए। ओटोगा काउंटी के कॉर्नर बस्टर बार्बर ने कहा कि बचाव कर्मचारियों ने आसरा के अंदर फसे 5 लोगों नूं बाहर कढ़िया। शैल्टर होम के नाल लगदे एक घर की कंध डिगण के कारण ये लोग उत्थे फस गए सी। राष्ट्रीय मौसम सेवा ने दस्सिया कि तूफान के नाल अलबामा दीयां 14 काउंटीज़ अते जॉर्जिया दीयां 14 काउंटीज़ दे विच नुकसान होने की संभावना है। दोवें राज्यां दे विच पारा रात भर 0 तो हेठा रहा। दोवें राज्यां दे विच 30,000 तो वध घर अते वपारक अदारे बिजली तो बिना सन। ओगोटा काउंटी के एमरजेंसी प्रबंधन निर्देशक अर्नी ने कहा कि घट्टो घट्ट 12 लोगों को हॉस्पिटल लिजाया गया। उन्होंने दस्सिया कि करीब 40 घरां नूं नुकसान पहुंचा है। वसागा बीच तो 1 साल पहला अगवा की गई एलनाज हजता मित्री की उग-सुग देण वाले नूं $1 लाख का इनाम मिलेगा। ओंटारियो प्रोविंशियल पुलिस ने वीरवार नूं 2 शक्कियां दे स्कैच जारी करदिआं इनामी रकम का ऐलान किया। इस मामले दे विच हुण तक मुहम्मद लीलो, रियासत सिंह अते हर्षदीप बिनर विरुद्ध दोष आयद किए जा चुके ने, पर पुलिस 3 होर शक्कियां की भाल कर रही है। वरदानिया के रिचनैक एलीमेंटरी स्कूल जिथे पिछले हफ्ते 6 साल के बच्चे ने अपनी अध्यापका नूं गोली मार के गंभीर जख्मी कर दिता सी, विच मैटल डिटेक्टर लाउण का फैसला किया गया। बच्चों नूं मैटल डिटेक्टर राही अंदर जाना पएगा। यह प्रगटावा न्यूपोर्ट न्यूज़ पब्लिक स्कूल के सुपरडेंट जॉर्ज पार्कर ने करदिआं कहा कि रिचनैक एलीमेंटरी स्कूल प्रशासन आम जांच के दौरान बच्चे वालों लिआंदा हथियार लभ नहीं सकिया ते बच्चा क्लास विच हथियार लै गया, इसलिए मैटल डिटेक्टर लाउणा जरूरी हो गया। इटली अंतरराष्ट्रीय पद्धर ते जिथे अपनियां अनेकां खूबियां दे लई जाणिया जांदा है, उत्थे एशियन देशां 'च सन 2009 तो इटली अजिहा जहाज बनिया होया है
जिस च उत्थों दे लोग कानूनी ते गैर कानूनी ढंग दे नाल सवार होके अपनी कामयाबी दीआं मंजिलां सर करते ने। इटली विच हालात कुछ भी होण, मौजूदा सरकारां ने एक दहाके तो वधेरे समय तो गैर यूरोपीयन देशां दे लई देखरीतो फलूसी ਅਤੇ फलूसी ਦੇ पेपरां राहीं खुले दरवाजे ਲੱਖਾਂ नौजवानों ਦੇ ਲਈ लुकमान हकीम ਦੇ ਨੁਸਖਿਆਂ ਵਾਂਗ काम कर रहे ਨੇ। बेशक इन्हां पेपरां इटली ਦੇ सरकारी खजाने ਦੇ ਨਾਲੋਂ अखौती एजेंटां ਦੀਆਂ ਜੇਬਾਂ ਲੱਖਾਂ ਬਾਹਰੋਂ ਆਉਣ ਵਾਲੇ ਨੌਜਵਾਨਾਂ ਦੀ ਲੁੱਟ-ਖਸੁੱਟ ਨਾਲ ਭਰਦੀਆਂ ਨੇ, ਪਰ ਫਿਰ इटली सरकार ਇਹ पेपर खोल के सरकारी खजाने ਨੂੰ ਭਰਨ ਦੇ ਲਈ ਤਰਲੋ ਮੱਛੀ ਹੁੰਦੀ ਰਹੀ ਹੈ। ਸਾਲ 2022 ਦੇ ਵਿੱਚ ਦੇਖਰੀतो ਫਲੂਸੀ 'ਚ ਲੱਖਾਂ ਏਸ਼ੀਅਨ ਨੌਜਵਾਨਾਂ ਨੇ पेपर ਭਰੇ, ਜਿਹੜੇ ਹੁਣ ਤੱਕ ਸਾਰੇ ਨਹੀਂ ਨਿਕਲੇ। ਇਸ ਦੇ ਬਾਵਜੂਦ इटली सरकार फरवरी 'ਚ ਫਿਰ ਦੇਖਰੀतो ਫਲੂਸੀ ਖੋਲਣ ਦਾ ਮਤਾ ਪਾਸ ਕਰ ਚੁੱਕੀ ਹੈ, ਜਿਸ ਦੇ ਲਈ तमाम अखौती ਏਜੰਟਾਂ ਨੇ कमर कस के सरकार के फैसले नूं लागू करन दे दिन दी ਕੰਨਾਂ 'ਚ ਧੂਮ ਲਗਾ ਕੇ ਉਡੀਕ ਕਰ ਰਹੇ ਨੇ। ਇੱਥੇ ਅਸੀਂ ਆਪਣੇ ਇਹ ਵੀ ਦੱਸ ਦਿੰਦੇ ਹਾਂ ਦਰਸ਼ਕਾਂ ਨੂੰ ਕਿ ਵਿਸ਼ੇਸ਼ ਜਾਣਕਾਰੀ ਦੇਣ ਦੇ ਲਈ ਨੈਤਿਕ ਜ਼ਿੰਮੇਵਾਰੀ ਸਮਝ ਕੇ ਦੱਸ ਰਹੇ ਹਾਂ ਕਿ ਇਹਨਾਂ ਪੇਪਰਾਂ ਦੇ ਨਿਯਮ ਪਹਿਲਾਂ ਵਾਂਗ ਨਹੀਂ ਨੇ। ਇਟਲੀ ਸਰਕਾਰ ਨੇ ਪਿਛਲੇ ਸਮੇਂ ਕੰਮ ਦੀ ਮੰਗ ਕਰਨ ਵਾਲੇ ਮਾਲਕਾਂ ਦੀਆਂ ਦਰਖਾਸਤਾਂ ਦੀ ਜਾਂਚ ਕਰਦਿਆਂ ਇਹ ਦੇਖਿਆ ਕਿ ਜਿੰਨੇ ਵੀ ਹੁਣ ਤੱਕ ਦੇਖਰੀतो ਫਲੂਸੀ ਰਾਹੀਂ ਇਟਲੀ ਆਏ, ਉਹਨਾਂ ਸਾਰਿਆਂ ਨੇ ਇਟਲੀ 'ਚ ਕੰਮ ਨਹੀਂ ਕੀਤਾ, ਜਿਸ ਕਾਰਨ ਸਰਕਾਰ ਨੂੰ ਉਨਾ ਟੈਕਸ ਨਹੀਂ ਆਇਆ ਜਿੰਨਾ ਆਉਣਾ ਚਾਹੀਦਾ ਸੀ। ਬਹੁਤ ਸਾਰੇ ਕਾਮਿਆਂ ਨੇ ਇਟਲੀ ਨੂੰ ਯੂਰਪ ਵਿੱਚ ਦਾਖਲ ਹੋਣ ਦਾ ਰਾਹ ਹੀ ਸਮਝਿਆ ਤੇ ਦੇਖਰੀतो ਫਲੂਸੀ ਦੇ ਨਾਲ ਇਟਲੀ 'ਚ ਦਾਖਲ ਹੋ ਕੇ ਅੱਗੇ ਕਿਸੇ ਹੋਰ ਦੇਸ਼ 'ਚ ਜਾ ਕੇ ਕੰਮ ਕਰਨਾ ਸ਼ੁਰੂ ਕਰ ਦਿੱਤਾ। ਪਰ ਹੁਣ ਇਟਲੀ ਸਰਕਾਰ ਨੇ ਇਸ ਸਾਰੇ ਧੰਦੇ ਨੂੰ ਠੱਲ ਪਾਉਣ ਦੇ ਲਈ ਬਹੁਤ ਹੀ ਸਾਰਥਕ ਨਿਯਮਾਂ ਨੂੰ ਹੋਂਦ 'ਚ ਲਿਆਂਦਾ ਹੈ। इस बार इटली सरकार ने जिथे इन्हां पेपरां दे 82,570 कोटे नूं हरी झंडी दित्ती है, उत्थे इन्हां पेपरां वल्लों कामिਆਂ ਦੀ ਮੰਗ ਕਰਨ ਵਾਲੇ ਮਾਲਕਾਂ ਨੂੰ सरकार इटली 'ਚ बेरोजगार कामे मुहैया करके भी पूरा कर सकती है, जिस कारण हो सकता है कि कई मालक जिहड़े यूरो कमाउण दे लई पेपरां राहीं कामिਆਂ ਦੀ ਮੰਗ करके मोटियां रकमां कमाउंदे सन, ਉਹ ਹੁਣ ਭਾਰਤ ਜਾਂ ਹੋਰ ਏਸ਼ੀਅਨ ਦੇਸ਼ਾਂ ਤੋਂ ਕਾਮੇ ਬੁਲਾਉਣ ਦੇ ਲਈ पेपर ना भरन, क्योंकि जेकर ये मालक पेपर भरते ने तो हो सकता है कि सरकार इटली के बेरोजगार कामिਆਂ ਨੂੰ काम देने के लिए उन्होंने कह दे। संयुक्त राज्य अमेरिका ते जापान के नेतावां ने अपनी दुबली गलबात संपन्न कर ली है। अमेरिका के राष्ट्रपति जो बाइडन और जापान के प्रधानमंत्री फूमियो ने दुबली गलबात तो बाद अहम बयान जारी किया। संयुक्त बयान में कहा गया है कि आस्ट्रेलिया ते भारत के नाल मिल के असीं यह यकीनी बनावांगे कि कवाड़ विश्व सेहत, साइबर सुरक्षा, जलवायु, उभरती टैक्नोलॉजी और समुद्री डोमेन जागरूकता ते नतीजे प्रदान करके खेतर नूं लाभ पहुंचाउण दे लई वचनबद्ध है। असीं चंगे काम दे लई एक ताकत बना रहे हां। अमरीकी सरकार ने गलबात तो पहलां कहा कि साडा गठजोड़ अते जापान इंडो पैसिफिक अते दुनिया दे लई इतिहासक पल ते मिल रहे ने। अमेरिका ते जापान दोवां ने दुवल्ली गलबात तो बाद एक संयुक्त बयान जारी करदਿਆਂ ਕਿਹਾ कि वो आसियन केंद्रिता ते एकता दे नाल-नाल इंडो पैसिफिक ते आसियन नज़रिए का समर्थन करना जारी रखणगे। उन्होंने भी कहा कि असीं सुरक्षा ते होर खेतरां दे विच जापान, कोरिया, गणराज ਅਤੇ संयुक्त राज्य अमरीका के दरमियान महत्वपूर्ण त्रिकोणी सहयोग ਨੂੰ मजबूत ਕਰਨ ਦੇ ਲਈ वचनबद्ध ਹਾਂ। इस तो पहला ओवल ऑफिस के एक सांझे मीडिया ਦੇ ਵਿੱਚ ਬਾਈਡਨ ਨੇ ਕਿਹਾ ਕਿ ਅਜਿਹਾ ਪਹਿਲਾਂ ਕਦੇ ਨਹੀਂ ਹੋਇਆ ਜਦੋਂ ਅਮਰੀਕਾ ਜਾਪਾਨ ਦੇ ਨੇੜੇ ਰਿਹਾ ਹੋਏ। ਇਸ ਤੋਂ ਇਲਾਵਾ ਦੋਹਾਂ ਦੇਸ਼ਾਂ ਨੇ ਆਪਣੇ ਸਾਂਝੇ ਬਿਆਨ 'ਚ ਕਿਹਾ ਕਿ ਅਸੀਂ ਆਪਣੀ ਨੀਂਹ ਦੇ ਤੌਰ ਤੇ ਅਟੁੱਟ ਦੁਵੱਲੇ ਸੰਬੰਧਾਂ ਦੇ ਨਾਲ ਕੰਮ ਕਰਾਂਗੇ, ਜਿਸ ਦੁਆਰਾ ਅਸੀਂ ਹਿੰਦ ਪ੍ਰਸ਼ਾਂਤ ਅਤੇ ਵਿਸ਼ਵ ਦੇ ਫਾਇਦੇ ਦੇ ਲਈ ਖੇਤਰ ਅਤੇ ਇਸ ਤੋਂ ਬਾਹਰ ਹੋਰਾਂ ਨਾਲ ਸਹਿਯੋਗ ਕਰਾਂਗੇ। जो बाइडन ने जापान की सुरक्षा ते उन्हां दे संगठन के उद्देश्य बारे भी गल की। उन्होंने कहा कि असीं अपने फौजी गठजोड़ का आधुनिकीकरण कर रहे हाँ। बाइडन ने कहा कि संयुक्त राज गठजोड़ के लिए पूरी तरह वचनबद्ध है ਅਤੇ इस तो भी महत्वपूर्ण गल यह है कि वह जापान की रक्षा के लिए वचनबद्ध ने। बाइडन ने भी कहा कि असीं इंडो पैसिफिक इकनॉमिक फ्रेमवर्क समेत तकनीकी और आर्थिक मुद्दों पर मिल के काम कर रहे हैं। जापान के प्रधानमंत्री फूमियो ने कहा कि जापान और संयुक्त राज मौजूदा इतिहास के सब तो चुनौतीपूर्ण और मुश्किल सुरक्षा माहौल का सामना कर रहे हैं। जापान के पीएम ने दस्सिया कि एशियाई देश ने पिछले साल के अंत ਵਿੱਚ ਨਵੀਂ ਰਾਸ਼ਟਰੀ ਸੁਰੱਖਿਆ ਰਣਨੀਤੀ ਤਿਆਰ ਕੀਤੀ ਹੈ, ਜਿਸ ਦੇ ਤਹਿਤ ਖੇਤਰ ਵਿੱਚ ਸ਼ਾਂਤੀ ਅਤੇ ਖੁਸ਼ਹਾਲੀ ਨੂੰ ਯਕੀਨੀ ਬਣਾਉਣ ਅਤੇ ਯੋਗਦਾਨ ਪਾਉਣ ਦੇ ਲਈ ਰਣਨੀਤੀ ਬਣਾਈ ਗਈ ਹੈ। ਨਵੀਂ ਰਾਸ਼ਟਰੀ ਸੁਰੱਖਿਆ ਰਣਨੀਤੀ ਜਾਪਾਨ ਦੀ ਸ਼ਾਂਤੀ ਅਤੇ ਸੁਰੱਖਿਆ ਦੀ ਰਾਖੀ ਦੇ ਲਈ ਵੀ ਕੰਮ ਕਰੇਗੀ। ਜਾਪਾਨ ਦੇ ਪ੍ਰਧਾਨ ਮੰਤਰੀ ਨੇ ਦੱਸਿਆ ਕਿ ਜਾਪਾਨ ਨੇ ਆਪਣੇ ਰੱਖਿਆ ਬਜਟ ਦੇ ਵਿੱਚ ਵੀ ਵਾਧਾ ਕੀਤਾ ਹੈ। प्रसिद्ध अमरीकी गायिका ते गीतकार लीजा मैरी प्रेसले की मौत हो गई। लीजा हाल ही में आयोजित गोल्डन ग्लोब अवार्ड्स 2023 का हिस्सा बने सन। गायिका मरहूम अमरीकी अदाकारा
ਗਾਇਕ ਅਤੇ ਸੰਗੀਤਕਾਰ ਐਲਵਿਸ ਪ੍ਰੈਸਲੀ ਦੀ ਇਕਲੌਤੀ ਧੀ ਸੀ। ਲੀਜ਼ਾ ਨੂੰ ਹਾਰਟ ਅਟੈਕ ਆਇਆ, ਜਿਸ ਤੋਂ ਬਾਅਦ ਉਹਨਾਂ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ 54 ਸਾਲ ਦੀ ਉਮਰ ਦੇ ਵਿੱਚ ਗਾਇਕਾ ਨੇ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ। ਲੀਜ਼ਾ ਮੈਰੀ ਦੀ ਮੌਤ ਦੀ ਖਬਰ ਦਾ ਐਲਾਨ ਉਹਨਾਂ ਦੇ ਪਰਿਵਾਰ ਨੇ ਇੱਕ ਪ੍ਰੈਸ ਨੋਟ ਵਿੱਚ ਕਿਹਾ ਹੈ, ਕਰਦੇ ਹੋਏ ਕਿ ਪ੍ਰਿਸਲਾ ਅਤੇ ਪ੍ਰੈਸਲੇ ਪਰਿਵਾਰ ਆਪਣੀ ਪਿਆਰੀ ਬੇਟੀ ਲੀਜ਼ਾ ਮੈਰੀ ਦੀ ਦਰਦਨਾਕ ਮੌਤ ਦੇ ਸਦਮੇ 'ਚ ਨੇ। ਇਲੈਕਟ੍ਰੋਨਿਕ ਕਾਰ ਨਿਰਮਾਤਾ ਕੰਪਨੀ ਟੈਸਲਾ ਅਤੇ ਮਾਈਕਰੋ ਬਲੌਗਿੰਗ ਪਲੇਟਫਾਰਮ ਟਵਿੱਟਰ ਦੇ ਮੁਖੀ ਐਲਨ ਮਸਕ ਨੇ ਪਿਛਲੇ ਕੁਝ ਮਹੀਨਿਆਂ ਦੇ ਵਿੱਚ ਅਰਬਾਂ ਦੀ ਜਾਇਦਾਦ ਗੁਆ ਦਿੱਤੀ। ਹਾਲਾਂਕਿ ਉਹਨਾਂ ਦੀਆਂ ਮੁਸ਼ਕਲਾਂ ਕੇਵਲ ਇਸ ਤੱਕ ਸੀਮਤ ਨਹੀਂ ਰਹੀਆਂ। ਹੁਣ ਉਹਨਾਂ ਦੇ ਖਿਲਾਫ ਵੀ ਧੋਖਾਧੜੀ ਦੇ ਦੋਸ਼ ਹੇਠ ਕਾਰਵਾਈ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਇਸ ਵਿੱਚ ਦੱਸਿਆ ਗਿਆ ਹੈ ਕਿ ਮੰਗਲਵਾਰ ਨੂੰ ਮਸਕ ਦੇ 2018 ਦੇ ਇੱਕ ਟਵੀਟ ਨੂੰ ਲੈ ਕੇ ਅਦਾਲਤ ਵਿੱਚ ਸੁਣਵਾਈ ਹੋਏਗੀ। ਜਿਸ ਕੇਸ ਵਿੱਚ ਮਸਕ ਖਿਲਾਫ ਕਾਰਵਾਈ ਕੀਤੀ ਜਾਣੀ ਹੈ ਉਹ 2018 ਦਾ ਹੈ। ਦਰਅਸਲ ਐਲਨ ਮਸਕ ਨੇ ਆਪਣੀ ਕੰਪਨੀ ਟੈਸਲਾ ਨੂੰ ਪ੍ਰਾਈਵੇਟ ਕੰਪਨੀ ਐਲਾਨ ਕਰਨ ਬਾਰੇ ਇੱਕ ਟਵੀਟ ਕੀਤਾ। ਇਸ ਵਿੱਚ ਉਹਨਾਂ ਨੇ ਕਿਹਾ ਕਿ ਉਹਨਾਂ ਦੇ ਕੋਲ ਫਿਲਹਾਲ ਟੈਸਲਾ ਨੂੰ ਪ੍ਰਾਈਵੇਟ ਲੈਣ ਦੇ ਲਈ ਕਾਫੀ ਫੰਡਿੰਗ ਹੈ। ਉਹਨਾਂ ਨੇ ਇਸ ਟਵੀਟ ਤੋਂ ਬਾਅਦ ਟੈਸਲਾ ਦੇ ਸ਼ੇਅਰਾਂ ਦੇ ਵਿੱਚ ਜ਼ਬਰਦਸਤ ਉਛਾਲ ਦੇਖਣ ਨੂੰ ਮਿਲਿਆ। ਹਾਲਾਂਕਿ ਇਸ ਟਵੀਟ ਨੂੰ ਲੈ ਕੇ ਮਸਕ ਤੇ ਸਵਾਲ ਵੀ ਉਠਾਏ ਗਏ ਸਨ। ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਤੇ ਬਲਾਤਕਾਰ ਦਾ ਦੋਸ਼ ਲਗਾਉਣ ਵਾਲੀ ਮਹਿਲਾ ਪੱਤਰਕਾਰ ਦੇ ਮੁਕੱਦਮੇ ਤੇ ਟਰੰਪ ਨੇ ਸਵਾਲ ਚੁੱਕੇ ਨੇ। ਕਾਲਮ ਨਵੀਸ ਜ਼ੀਨ ਕੈਰੋਲ ਦੁਆਰਾ ਦਾਇਰ ਮੁਕੱਦਮੇ ਦੇ ਵਿੱਚ ਇੱਕ ਅਦਾਲਤ ਦੁਆਰਾ ਸ਼ੁੱਕਰਵਾਰ ਨੂੰ ਜਾਰੀ ਕੀਤੀ ਗਈ ਟਰੰਪ ਦੀ ਗਵਾਹੀ ਦੇ ਅੰਸ਼ਾਂ ਵਿੱਚ ਮਹਿਲਾ ਰਿਪੋਰਟਰ ਦੇ ਖਿਲਾਫ ਅਪਮਾਨਜਨਕ ਸ਼ਬਦ ਅਤੇ ਮੁਕੱਦਮਾ ਕਰਨ ਦੀਆਂ ਧਮਕੀਆਂ ਸ਼ਾਮਲ ਨੇ। ਜ਼ੀਨ ਦੁਆਰਾ ਦਾਇਰ ਮੁਕੱਦਮੇ ਦੇ ਵਿੱਚ ਅਕਤੂਬਰ 'ਚ ਦਰਜ ਕੀਤੇ ਗਏ ਟਰੰਪ ਦੇ ਬਿਆਨ ਦੇ ਅੰਸ਼ ਜਨਤਕ ਤੌਰ ਤੇ ਜਾਰੀ ਕੀਤੇ ਗਏ ਅਤੇ ਕਿਉਂਕਿ ਇੱਕ ਸੰਘੀ ਜੱਜ ਨੇ ਇਸ ਨੂੰ ਸੀਲਬੰਦ ਰੱਖਣ ਦੇ ਟਰੰਪ ਦੇ ਵਕੀਲ ਦੀ ਬੇਨਤੀ ਨੂੰ ਰੱਦ ਕਰ ਦਿੱਤਾ ਸੀ। ਟਰੰਪ ਦੇ ਬਿਆਨ ਦੇ ਮੁਤਾਬਕ ਔਰਤਾਂ ਨੇ ਕਿਹਾ ਕਿ ਮੈਂ ਉਸ ਨਾਲ ਕੁਝ ਅਜਿਹਾ ਕੀਤਾ ਜੋ ਕਦੇ ਨਹੀਂ ਹੋਇਆ। ਅਜਿਹਾ ਕੁਝ ਨਹੀਂ ਹੋਇਆ ਸੀ। ਮੈਂ ਇਸ ਔਰਤ ਬਾਰੇ ਕੁਝ ਨਹੀਂ ਜਾਣਦਾ। ਇਸ ਦੇ ਹਵਾਲੇ ਟਰੰਪ ਅਤੇ ਕੈਰੋਲ ਦੇ ਵਕੀਲਾਂ ਵਿੱਚ ਇੱਕ ਗਰਮਾ-ਗਰਮ ਬਹਿਸ ਦਾ ਖੁਲਾਸਾ ਕਰਦੇ ਨੇ। ਬਿਆਨ ਦੇ ਕੁਝ ਹਿੱਸੇ ਉਸੇ ਦਿਨ ਜਾਰੀ ਕੀਤੇ ਗਏ ਜਦੋਂ ਫੈਡਰਲ ਜੱਜ ਨੇ ਵੀ ਕੈਰੋਲ ਦੇ ਮਾਨਹਾਨੀ ਅਤੇ ਬਲਾਤਕਾਰ ਦੇ ਦੋਸ਼ਾਂ ਵਾਲੇ 2 ਮੁਕੱਦਮਿਆਂ ਨੂੰ ਖਾਰਜ ਕਰਨ ਦੀ ਟਰੰਪ ਦੇ ਵਕੀਲਾਂ ਦੀ ਬੇਨਤੀ ਨੂੰ ਰੱਦ ਕਰ ਦਿੱਤਾ। ਇਸ ਸੰਬੰਧ ਵਿੱਚ ਅਪ੍ਰੈਲ 'ਚ ਸੁਣਵਾਈ ਹੋਣ ਦੀ ਸੰਭਾਵਨਾ ਹੈ। ਟਰੰਪ ਨੇ ਕਿਹਾ ਕਿ 1990 ਦੇ ਦਹਾਕੇ ਦੇ ਮੱਧ ਵਿੱਚ ਮੈਨਹਟਨ ਦੇ ਇੱਕ ਸਟੋਰ ਵਿੱਚ ਕੈਰੋਲ ਨੂੰ ਕਦੇ ਨਹੀਂ ਮਿਲੇ ਸਨ। ਆਪਣੀ ਦਿਨ ਭਰ ਦੀ ਗਵਾਹੀ ਵਿੱਚ ਟਰੰਪ ਨੇ ਕੈਰੋਲ ਤੇ ਉਸ ਨੂੰ ਬਲਾਤਕਾਰੀ ਵਜੋਂ ਪੇਸ਼ ਦੇ ਦੋਸ਼ ਨੂੰ ਲੈ ਕੇ ਜਵਾਬੀ ਹਮਲਾ ਕੀਤਾ। ਸਾਲ 2019 ਵਿੱਚ ਕੈਰੋਲ ਦੁਆਰਾ ਇੱਕ ਕਿਤਾਬ ਪ੍ਰਕਾਸ਼ਿਤ ਕੀਤੀ ਗਈ ਜਿਸ ਵਿੱਚ ਉਸਨੇ ਦੋਸ਼ ਲਗਾਇਆ ਸੀਗਾ ਕਿ ਟਰੰਪ ਨੇ 1995 ਦੇ ਅਖੀਰ ਵਿੱਚ 1996 ਦੇ ਸ਼ੁਰੂ ਵਿੱਚ ਵੀ ਇੱਕ ਮੈਨਹਟਨ ਸਟੋਰ ਵਿੱਚ ਮੁਲਾਕਾਤ ਕਰਨ ਤੋਂ ਬਾਅਦ ਮੌਕਾ ਮਿਲਦੇ ਹੀ ਇੱਕ ਡਰੈਸਿੰਗ ਰੂਮ ਦੇ ਵਿੱਚ ਉਸ ਦੇ ਨਾਲ ਦੁਰਵਿਵਹਾਰ ਕੀਤਾ ਸੀ। ਕੋਰੋਨਾ ਮਹਾਮਾਰੀ ਖਿਲਾਫ ਵੱਡੇ ਹਥਿਆਰ ਵਿੱਚ ਸ਼ਾਮਲ ਵੈਕਸੀਨ ਨੇ ਦੁਨੀਆ ਨੂੰ ਇੱਕ ਵੱਡੇ ਸੰਕਟ ਤੋਂ ਬਚਾਇਆ। ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਟੀਕੇ ਕਾਰਨ ਕਰੋੜਾਂ ਜਾਨਾਂ ਬਚ ਗਈਆਂ, ਪਰ ਕੀ ਇਹ ਟੀਕਾ ਸਾਡੇ ਸਰੀਰ ਨੂੰ ਨੁਕਸਾਨ ਪਹੁੰਚਾ ਰਿਹਾ? ਕਈ ਵੈਕਸੀਨ ਸੁਰੱਖਿਆ ਡੇਟਾਬੇਸ ਵਿੱਚ ਇੱਕ ਦੇ ਸ਼ੁਰੂਆਤੀ ਅੰਕੜਿਆਂ ਦਾ ਹਵਾਲਾ ਦਿੰਦੇ ਹੋਏ ਯੂਐਸ ਦੇ ਸਿਹਤ ਅਧਿਕਾਰੀਆਂ ਨੇ ਕਿਹਾ ਕਿ ਕੋਵਿਡ-19 ਦੇ ਲਈ ਫਾਈਜ਼ਰ ਇੰਕ ਦੀ ਖੁਰਾਕ ਕੁਝ ਲੋਕਾਂ ਵਿੱਚ ਸਟ੍ਰੋਕ ਦੀ ਸੰਭਾਵਨਾ ਨੂੰ ਵਧਾ ਸਕਦੀ ਹੈ। ਬਲੂਮਬਰਗ ਰਿਪੋਰਟ ਦੇ ਮੁਤਾਬਕ ਇਹ ਸੰਭਾਵਤ ਤੌਰ ਤੇ 65 ਅਤੇ ਇਸ ਤੋਂ ਬਾਅਦ ਉਮਰ ਦੇ ਲੋਕਾਂ ਦੇ ਵਿੱਚ ਦੇਖਿਆ ਜਾਂਦਾ ਹੈ। ਹਾਲਾਂਕਿ ਅਧਿਕਾਰੀਆਂ ਨੇ ਬਿਆਨ ਵਿੱਚ ਕਿਹਾ ਕਿ ਇਸ ਦਾ ਮਤਲਬ ਇਹ ਨਹੀਂ ਹੈ ਕਿ ਟੀਕਾ ਲੈਣਾ ਬੰਦ ਕਰ ਦਿੱਤਾ ਜਾਏ। ਅਮਰੀਕੀ ਅਧਿਕਾਰੀਆਂ ਨੇ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਦੀ ਵੈਬਸਾਈਟ ਤੇ ਇੱਕ ਬਿਆਨ 'ਚ ਕਿਹਾ ਕਿ ਫਾਈਜ਼ਰ ਦੇ ਟੀਕੇ ਦੇ ਨਾਲ ਸੰਭਾਵੀ ਖਤਰੇ ਨੂੰ ਹੋਰ ਸੁਰੱਖਿਆ ਡਾਟਾਬੇਸ ਵਿੱਚ ਨਹੀਂ ਦੇਖਿਆ ਗਿਆ ਸੀ, ਨਾ ਹੀ ਇਸ ਨੂੰ ਮਾਡਰਨਾ ਇੰਕ ਦੀ ਕੋਵਿਡ ਵੈਕਸੀਨ ਦੇ ਨਾਲ ਦੇਖਿਆ ਗਿਆ ਸੀ। ਬਿਆਨ ਵਿੱਚ ਕਿਹਾ ਗਿਆ ਹੈ ਕਿ ਸ਼ੁਰੂਆਤੀ ਖੋਜ ਦੇ ਲਈ ਅਜੇ ਹੋਰ ਜਾਂਚ ਦੀ ਲੋੜ ਹੈ। ਇਸ ਦੇ ਲਈ ਵੈਕਸੀਨ ਦੀਆਂ ਸਿਫਾਰਸ਼ਾਂ ਦੇ ਵਿੱਚ ਕੋਈ ਬਦਲਾਅ ਨਹੀਂ ਹੋਇਆ। ਅਮਰੀਕਾ ਦੇ ਬੋਸਟਨ ਵਿੱਚ ਚੂਹਿਆਂ ਤੇ ਕੀਤੇ ਗਏ ਪ੍ਰਯੋਗ ਵਿੱਚ ਹੈਰਾਨੀਜਨਕ ਨਤੀਜੇ ਸਾਹਮਣੇ ਆਏ ਨੇ। ਇੱਥੇ ਪੁਰਾਣੇ ਚੂਹਿਆਂ ਨੂੰ ਇੱਕ ਵਾਰ ਫਿਰ ਜ਼ਬਾਨ ਬਣਾ ਦਿੱਤਾ ਗਿਆ। ਬੋਸਟਨ ਪ੍ਰਯੋਗਸ਼ਾਲਾਵਾਂ ਦੇ ਵਿੱਚ ਇੱਕ ਪ੍ਰਯੋਗ ਵਿੱਚ ਪੁਰਾਣੇ ਅੰਨੇ ਚੂਹਿਆਂ ਨੇ ਆਪਣੀ ਨਜ਼ਰ ਮੁੜ ਪ੍ਰਾਪਤ ਕਰ ਲਈ ਹੈ। ਪੁਰਾਣੇ ਚੂਹਿਆਂ ਨੇ ਚੁਸਤ ਛੋਟੇ ਦਿਮਾਗ ਵਿਕਸਿਤ ਕੀਤੇ ਅਤੇ ਸਿਹਤਮੰਦ ਮਾਸਪੇਸ਼ੀ ਅਤੇ ਗੁਰਦੇ ਦੇ ਟਿਸ਼ੂ ਬਣਾਏ, ਜਿਸ ਤੋਂ ਬਾਅਦ ਹੁਣ ਇਹ ਅਟਕਲਾਂ ਲਗਾਈਆਂ ਜਾ ਰਹੀਆਂ ਨੇ ਕਿ ਕੀ ਮਨੁੱਖ ਵੀ ਬੁਢਾਪੇ ਨੂੰ ਰੋਕ ਸਕਦਾ ਹੈ? ਕਿ ਮਨੁੱਖ ਦਾ ਬੁਢਾਪਾ ਵੀ ਰੋਕਿਆ ਜਾ ਸਕਦਾ ਹੈ? ਡੇਵਿਡ ਸਿੰਕਲੇਅਰ ਹਾਰਵਰਡ ਮੈਡੀਕਲ ਸਕੂਲ ਦੇ ਵਿੱਚ ਜੈਨੇਟਿਕਸ ਦੇ ਪ੍ਰੋਫੈਸਰ ਅਤੇ ਪੌਲ ਐਫ ਕਲੇਨ ਸੈਂਟਰ ਦੇ ਸਹਿ ਨਿਰਦੇਸ਼ਕ ਨੇ ਕਿਹਾ ਕਿ ਇਹ ਪ੍ਰਯੋਗ ਦਰਸਾਉਂਦੇ ਨੇ ਕਿ ਬੁਢਾਪਾ ਇੱਕ ਉਲਟ ਪ੍ਰਕਿਰਿਆ ਹੈ ਜੋ ਆਪਣੀ ਮਰਜ਼ੀ ਦੇ ਨਾਲ ਅੱਗੇ ਅਤੇ ਪਿੱਛੇ ਜਾਣ ਦੇ ਸਮਰੱਥ ਹੈ। ਜੀਵ ਵਿਗਿਆਨੀ ਸਿੰਕਲੇਅਰ ਨੇ ਕਿਹਾ ਕਿ ਸਾਡੇ ਸਰੀਰ ਵਿੱਚ ਸਾਡੀ ਜਵਾਨੀ ਦੀ ਬੈਕਅਪ ਕਾਪੀ ਹੁੰਦੀ ਹੈ ਜਿਸ ਨੂੰ ਮੁੜ ਪੈਦਾ ਕਰਨ ਦੇ ਲਈ ਚਾਲੂ ਕੀਤਾ ਜਾ ਸਕਦਾ ਹੈ। ਨੈਸ਼ਨਲ ਹਿਊਮਨ ਜੀਨੋਮ ਰਿਸਰਚ ਇੰਸਟੀਚਿਊਟ ਦੇ ਅਨੁਸਾਰ ਜੇ ਅਸੀਂ DNA
ਨੂੰ ਸਰੀਰ ਦੇ ਹਾਰਡਵੇਅਰ ਵਜੋਂ ਦੇਖਦੇ ਹਾਂ ਤਾਂ ਐਪੀਜ਼ੋਨਮ ਸੌਫਟਵੇਅਰ ਹੈ। ਐਪੀਜ਼ਨ ਪ੍ਰੋਟੀਨ ਅਤੇ ਰਸਾਇਣ ਹੁੰਦੇ ਨੇ ਜੋ ਹਰੇਕ ਜੀਨ ਉੱਤੇ ਇੱਕ ਕਣ ਵਾਂਗ ਬੈਠਦੇ ਨੇ। ਕੋਵਿਡ-19 ਮਹਾਮਾਰੀ ਦੇ ਦੌਰਾਨ ਅਹਿਮ ਭੂਮਿਕਾ ਨਿਭਾਉਣ ਵਾਲੇ ਭਾਰਤੀ ਅਮਰੀਕੀ ਡਾਕਟਰ ਨੀਰਵ ਡੀ ਸ਼ਾਹ ਨੂੰ ਯੂਐਸ ਸੈਂਟਰਸ ਫਾਰ ਡਿਸੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ ਯੂਐਸ CDC ਦਾ ਪ੍ਰਧਾਨ ਡਿਪਟੀ ਡਾਇਰੈਕਟਰ ਨਿਯੁਕਤ ਕੀਤਾ ਗਿਆ। 45 ਸਾਲਾ ਸ਼ਾਹ ਦੋ ਮੇਨ ਸੈਂਟਰ ਫਾਰ ਡਿਸੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ ਦੇ ਡਾਇਰੈਕਟਰ ਵਜੋਂ ਕੰਮ ਕਰਦੇ ਨੇ। ਮਾਰਚ ਤੋਂ ਸ਼ੁਰੂ ਹੋਣ ਵਾਲੀ ਆਪਣੀ ਨਵੀਂ ਭੂਮਿਕਾ ਦੇ ਵਿੱਚ ਯੂਐਸ CDC ਦੇ ਨਿਰਦੇਸ਼ਕ ਰੋਸ਼ੇਲ ਵਾਲੈਂਸਕੀ ਨੂੰ ਰਿਪੋਰਟ ਕਰਨਗੇ। ਉਹਨਾਂ ਨੇ ਇੱਕ ਬਿਆਨ 'ਚ ਕਿਹਾ ਹੈ ਕਿ ਆਪਣੀ ਨਵੀਂ ਭੂਮਿਕਾ ਵਿੱਚ ਮੈਨੂੰ ਨਾ ਸਿਰਫ ਮੇਨ ਬਲਕਿ ਪੂਰੇ ਦੇਸ਼ ਦੀ ਸੇਵਾ ਕਰਨ ਦਾ ਮੌਕਾ ਮਿਲੇਗਾ। ਜਦੋਂ ਮੈਂ ਇਸ ਅਗਲੇ ਕਦਮ ਦੀ ਤਿਆਰੀ ਕਰ ਰਿਹਾ ਹਾਂ ਤਾਂ ਮੈਂ ਮੇਨ ਦੇ ਲੋਕਾਂ ਦਾ ਧੰਨਵਾਦ ਕਰਦਾ ਹਾਂ। ਜ਼ਿਕਰਯੋਗ ਹੈ ਕਿ ਏਜੰਸੀ ਅਤੇ ਰਾਜ ਦੇ ਜਨਤਕ ਸਿਹਤ ਬੁਨਿਆਦੀ ਢਾਂਚੇ ਦੇ ਪੁਨਰ ਨਿਰਮਾਣ ਦੇ ਮਿਸ਼ਨ ਦੇ ਨਾਲ ਸ਼ਾਹ ਨੂੰ 2019 ਵਿੱਚ ਮੇਨ CDC ਦੇ ਵਿੱਚ ਨਿਯੁਕਤ ਕੀਤਾ ਗਿਆ ਸੀ। ਮੇਨ ਦੀ ਗਵਰਨਰ ਜ਼ੈਨੇਟ ਮਿਲਜ਼ ਨੇ ਇੱਕ ਟਵੀਟ 'ਚ ਲਿਖਿਆ ਕਿ ਡਾਕਟਰ ਸ਼ਾਹ ਮੇਰੇ ਦੇ ਲਈ ਇੱਕ ਭਰੋਸੇਮੰਦ ਸਲਾਹਕਾਰ ਅਤੇ ਮੇਨ CDC ਦੇ ਇੱਕ ਅਸਾਧਾਰਨ ਨੇਤਾ ਰਹੇ ਨੇ, ਪਰ ਇਸ ਤੋਂ ਵੀ ਵੱਧ ਉਹ ਸਾਡੇ ਸਮੇਂ ਦੇ ਸਭ ਤੋਂ ਵੱਡੇ ਜਨਤਕ ਸਿਹਤ ਸੰਕਟਾਂ ਦੇ ਵਿੱਚੋਂ ਇੱਕ ਦੌਰਾਨ ਮੇਨ ਦੇ ਲੋਕਾਂ ਦੇ ਲਈ ਭਰੋਸੇਮੰਦ ਸਲਾਹਕਾਰ ਅਤੇ ਇੱਕ ਨੇਤਾ ਸਨ। ਉਹਨਾਂ ਨੇ ਆਪਣੇ ਬਿਆਨ 'ਚ ਕਿਹਾ ਕਿ ਸ਼ਾਹ ਨੇ ਮੇਨ ਦੇ ਲੋਕਾਂ ਦੇ ਨਾਲ ਸਿੱਧੇ ਤੌਰ ਤੇ ਗੱਲ ਕੀਤੀ, ਜਿਨ੍ਹਾਂ ਵਿੱਚੋਂ ਬਹੁਤ ਸਾਰੇ ਡਰੇ ਹੋਏ ਅਤੇ ਅਨਿਸ਼ਚਿਤ ਸਨ। ਸ਼ਾਹ ਨੇ ਉਹਨਾਂ ਦੇ ਸਵਾਲ ਦੇ ਜਵਾਬ ਵਿੱਚ ਦੱਸਿਆ ਹਮਦਰਦੀ, ਹਾਸੇ ਅਤੇ ਸਪਸ਼ਟਤਾ ਦੇ ਨਾਲ ਦਿੱਤੇ। ਪ੍ਰਧਾਨ ਡਿਪਟੀ ਡਾਇਰੈਕਟਰ ਵਜੋਂ ਸ਼ਾਹ ਦੀ ਨਿਯੁਕਤੀ ਪਿਛਲੇ ਸਾਲ ਅਗਸਤ ਵਿੱਚ ਯੂਐਸ CDC ਡਾਇਰੈਕਟਰ ਦੁਆਰਾ ਘੋਸ਼ਿਤ ਕੀਤੀ ਗਈ ਏਜੰਸੀ ਦੇ ਇੱਕ ਯੋਜਨਾਬੱਧ ਵਿਆਪਕ ਸੁਧਾਰ ਦੇ ਹਿੱਸੇ ਵਜੋਂ ਕੀਤੀ ਗਈ। ontario ਦੇ ਹਸਪੀਟਲ ਡਾਕਟਰਾਂ ਅਤੇ ਨਰਸਾਂ ਤੋਂ ਸਖੜੇ ਹੋ ਜਾਣਗੇ ਜੇ ਪ੍ਰੀਮੀਅਰ ਡਗ ਫੋਰਡ ਦੀ ਪ੍ਰਾਈਵੇਟ ਸਰਜਰੀ ਸੈਂਟਰਾਂ ਵਾਲੀ ਯੋਜਨਾ ਲਾਗੂ ਹੋ ਗਈ। ਇਹ ਚੇਤਾਵਨੀ ontario ਕਾਲਜ ਆਫ ਫਿਜ਼ੀਸ਼ੀਅਨਜ਼ ਐਂਡ ਸਰਜਨ ਵੱਲੋਂ ਦਿੱਤੀ ਗਈ ਹੈ। ਕਾਲਜ ਦੀ ਰਜਿਸਟਰਾਰ ਡਾਕਟਰ ਨੈਂਸੀ ਵਿਟਮੋਰ ਨੇ ਡਗ ਫੋਰਡ ਦੀ ਤਜਵੀਜ਼ ਤੇ ਚਿੰਤਾ ਜ਼ਾਹਿਰ ਕਰਦਿਆਂ ਕਿਹਾ ਕਈ ਮਹੀਨੇ ਪਹਿਲਾਂ ਵੀ ਇਹ ਮਾਮਲਾ ਉਭਾਰਿਆ ਗਿਆ ਸੀ। ਕੈਨੇਡਾ ਦੇ ਵਿੱਤ ਮੰਤਰਾਲਾ ਨੇ ਦੱਸਿਆ ਕਿ ਬੈਂਕ ਆਫ ਕੈਨੇਡਾ ਬੋਰਡ ਦੇ 3 ਨਵੇਂ ਡਾਇਰੈਕਟਰ ਨਿਯੁਕਤ ਕੀਤੇ ਗਏ ਨੇ, ਜਿਨ੍ਹਾਂ ਵਿੱਚ ਇੱਕ ਫਸਟ ਨੇਸ਼ਨ ਦਾ ਮੈਂਬਰ ਵੀ ਸ਼ਾਮਲ ਹੈ। ਇਹ ਡਾਇਰੈਕਟਰ ਕੇਂਦਰੀ ਬੈਂਕ ਦੇ ਗਵਰਨਰ ਦੀ ਚੋਣ ਅਤੇ ਬੋਰਡ ਦੇ ਪ੍ਰਬੰਧ ਤੇ ਪ੍ਰਸ਼ਾਸਨ ਦੀ ਨਿਗਰਾਨੀ ਵਿੱਚ ਅਹਿਮ ਭੂਮਿਕਾ ਅਦਾ ਕਰਨਗੇ। ਕੈਨੇਡਾ ਦੇ ਸ਼ਹਿਰ ਵੈਨਕੂਵਰ ਦੇ ਕਿਟਸਲਿਆਨੋ ਇਲਾਕੇ 'ਚ ਪੁਆਇੰਟ ਗਰੇ ਰੋਡ ਤੇ ਸਥਿਤ 7 ਬੈਡਰੂਮ ਦੇ ਘਰ ਦੀ ਕੀਮਤ $74 ਮਿਲੀਅਨ ਭਾਵ 4.5 ਅਰਬ ਰੁਪਏ ਤੋਂ ਵੀ ਵੱਧ ਬਣਦੀ ਹੈ। BC ਪ੍ਰਾਪਰਟੀ ਅਸੈਸਮੈਂਟ ਅਨੁਸਾਰ ਇਹ ਬ੍ਰਿਟਿਸ਼ ਕੋਲੰਬੀਆ ਸੂਬੇ ਦਾ ਸਭ ਤੋਂ ਮਹਿੰਗਾ ਘਰ ਹੈ। ਇੰਗਲਿਸ਼ ਬੇ ਤੇ ਇਹ ਘਰ 2008 ਵਿੱਚ ਬਣਾਇਆ ਗਿਆ ਸੀ। ਇਸ ਵਿੱਚ 7 ਬੈਡਰੂਮ, 9 ਬਾਥਰੂਮ ਤੇ ਇੱਕ ਸਵਿਮਿੰਗ ਪੂਲ ਬਣਾਇਆ ਹੋਇਆ ਹੈ। 2 ਮੰਜ਼ਲਾਂ ਵਾਲੇ ਇਸ ਘਰ ਦੀ ਇਮਾਰਤ 15,000 ਸਕੁਅਰ ਫੁੱਟ ਹੈ ਅਤੇ ਵਿਹੜੇ ਸਮੇਤ ਇਸ ਘਰ ਦੀ ਕੁੱਲ ਜਗ੍ਹਾ 30,600 ਸਕੁਅਰ ਫੁੱਟ ਭਾਵ 1 ਏਕੜ ਤੋਂ ਵੀ ਘੱਟ ਹੈ। ਟੋਰਾਂਟੋ ਤੋਂ ਤਕਰੀਬਨ 113 ਕਿਲੋਮੀਟਰ ਦੂਰ ਨਿਆਗਰਾ ਫਾਲਜ਼ ਨੇੜਲੇ ਸ਼ਹਿਰ ਸੈਂਟ ਕੈਥਰੀਨ ਵਿਖੇ ਆਟੋ ਕੈਮੀਕਲ ਇੰਜਣਾਂ ਦਾ ਤੇਲ, ਗੈਸੋਲੀਨ ਅਤੇ ਬੈਟਰੀਆਂ ਆਦਿ ਦਾ ਕਬਾੜ ਰੱਖਣ ਵਾਲੀ ਥਾਂ ਜੋ ਹੈ ਉੱਥੋਂ ਦੇ ਵੈਸਟ ਯਾਰਡ ਵਿੱਚ ਲੱਗੀ ਭਿਆਨਕ ਅੱਗ ਕਾਰਨ ਜਿੱਥੇ ਕਾਫੀ ਸਮਾਂ ਲਗਾਤਾਰ ਧਮਾਕੇ ਹੁੰਦੇ ਰਹੇ, ਉੱਥੇ ਇਸ ਯਾਰਡ ਵਿੱਚ ਕੰਮ ਕਰਦੇ ਇੱਕ ਕਾਮੇ ਅਤੇ ਇੱਕ ਹੋਰ ਵਿਅਕਤੀ ਦੇ ਜ਼ਖਮੀ ਹੋਣ ਕਾਰਨ ਹਸਪਤਾਲ ਦਾਖਲ ਕਰਵਾਉਣ ਬਾਰੇ ਵੀ ਹੁਣ ਪਤਾ ਲੱਗਾ ਹੈ। ਸਵੇਰੇ ਸਾਰ ਲੱਗੀ ਇਸ ਭਿਆਨਕ ਅੱਗ ਤੇ ਧਮਾਕਿਆਂ ਕਾਰਨ ਜਿੱਥੇ ਲੋਕਾਂ 'ਚ ਹਫੜਾ ਦਫੜੀ ਮਚ ਗਈ, ਉੱਥੇ ਸਾਰਾ ਅਸਮਾਨ ਗੂੜੇ ਕਾਲੇ ਰੰਗ ਦੇ ਬੱਦਲਾਂ ਵਾਂਗ ਦਿਖਾਈ ਦੇਣ ਲੱਗਾ ਅਤੇ ਨਿਆਗਰਾ ਰੀਜਨ ਦੀ ਪੁਲਿਸ ਅਤੇ ਬਚਾਓ ਕਰਮੀਆਂ ਦੀਆਂ ਟੀਮਾਂ ਨੇ ਸੁਰੱਖਿਆ ਕਾਰਨਾਂ ਕਰਕੇ ਨੇੜਲੇ ਇਲਾਕਿਆਂ ਅਤੇ ਸੜਕਾਂ ਨੂੰ ਪੂਰੀ ਤਰ੍ਹਾਂ ਸੀਲ ਕਰਦਿਆਂ ਉਧਰ ਆਵਾਜਾਈ ਤੇ ਰੋਕ ਲਗਾ ਦਿੱਤੀ, ਜਦੋਂ ਕਿ ਨੇੜਲੇ ਘਰਾਂ ਦੇ ਲੋਕਾਂ ਨੂੰ ਸਾਵਧਾਨੀ ਵਰਤਦਿਆਂ ਸੁਰੱਖਿਅਤ ਥਾਵਾਂ ਤੇ ਭੇਜ ਦਿੱਤਾ ਗਿਆ। ਪਿਛਲੇ ਕਈ ਹਫ਼ਤਿਆਂ ਤੋਂ ਮੌਸਮ ਕਈ ਤਰ੍ਹਾਂ ਦੀਆਂ ਕਰਵਟਾਂ ਬਦਲਦਾ ਨਜ਼ਰ ਆ ਰਿਹਾ, ਕਦੇ ਗਰਮੀ ਅਤੇ ਕਦੇ ਕੜਕਵੀਂ ਠੰਡ ਕਾਰਨ ਪਿਛਲੇ 2 ਮਹੀਨਿਆਂ 'ਚ ਮੌਸਮ ਨੇ ਕਈ ਮਿਜ਼ਾਜ ਬਦਲੇ ਨੇ ਅਤੇ ਹੁਣ ਫਿਰ ਪਾਰਾ -10 ਡਿਗਰੀ ਤੋਂ ਵੀ ਥੱਲੇ ਜਾਣ ਦੇ ਨਾਲ ਝੀਲਾਂ ਅਤੇ ਨਦੀਆਂ ਦੇ ਕਿਨਾਰੇ ਜੰਮ ਗਏ ਨੇ। ਲੋਕ ਠਰੂ ਕਰ ਰਹੇ ਨੇ। ਇਹਨਾਂ ਦਿਨਾਂ ਵਿੱਚ ਇੱਥੋਂ ਦੇ ਉੱਤਰ ਵਾਲੇ ਇਲਾਕਿਆਂ 'ਚ ਨਾ ਭਾਵੇਂ ਬਰਫ਼ਬਾਰੀ ਪਈ ਨਜ਼ਰ ਆਉਂਦੀ ਹੈ, ਪਰ ਦੱਖਣ ਵਾਲੇ ਪਾਸੇ ਅਜੇ ਤੱਕ ਸਭ ਕੁਝ ਸਾਫ਼ ਹੀ ਨਜ਼ਰ ਆ ਰਿਹਾ। ਵਜ਼ੀਰ ਭੁੱਲਰ ਦੇ ਨੌਜਵਾਨ ਪੁੱਤ ਅਰਸ਼ਦੀਪ ਸਿੰਘ ਦਾ ਤੜਕਸਾਰ ਦਿਲ ਦਾ ਦੌਰਾ ਪੈਣ ਦੇ ਨਾਲ ਦੇਹਾਂਤ ਹੋ ਜਾਣ ਦੀ ਖਬਰ ਹੈ। ਇੱਥੇ ਦੱਸਣਯੋਗ ਹੈ ਕਿ ਅਰਸ਼ਦੀਪ ਥੋੜਾ ਸਮਾਂ ਪਹਿਲਾਂ ਕੈਨੇਡਾ ਗਿਆ ਸੀ ਤੇ ਉੱਥੇ ਟਰਾਲੇ ਤੇ ਡਰਾਈਵਰ ਦਾ ਕੰਮ ਕਰਦਾ ਸੀ। ਉਹ ਹੁਣ ਕੁਝ ਦਿਨ ਦੇ ਲਈ ਆਪਣੇ ਦੋਸਤ ਦੇ ਵਿਆਹ ਵਿੱਚ ਸ਼ਾਮਲ ਹੋਣ ਦੇ ਲਈ ਭਾਰਤ ਆਇਆ ਹੋਇਆ ਸੀਗਾ ਤੇ ਦੁਖਾਂਤ ਵਾਪਰ ਗਿਆ। ਉਸ ਦੀ ਮੌਤ ਤੇ ਹਲਕਾ ਵਿਧਾਇਕ ਦਲਵੀਰ ਸਿੰਘ ਟੌਂਗ, ਸੰਸਦ ਮੈਂਬਰ ਜਸਵੀਰ ਸਿੰਘ ਡਿੰਪਾ ਆਦਿ ਨੇ ਦੁੱਖ ਪ੍ਰਗਟ ਕੀਤਾ ਹੈ। ਇੱਥੇ ਵਰਣਨਯੋਗ ਹੈ ਕਿ ਬਹੁਤ ਦਿਨਾਂ ਤੋਂ ਪਿਛਲੇ ਕਾਫੀ ਸਮੇਂ ਤੋਂ ਕੈਨੇਡਾ ਗਏ ਵਿਦਿਆਰਥੀਆਂ ਦੇ ਨਾਲ, ਕੈਨੇਡਾ ਗਏ ਪੰਜਾਬੀਆਂ ਦੇ ਨਾਲ ਦਿਲ ਦਾ ਦੌਰਾ ਪੈਣ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ।
ਇੰਗਲੈਂਡ ਵਿੱਚ ਇੱਕ ਸਿੱਖ ਬੱਸ ਡਰਾਈਵਰ ਨੇ ਅੱਜਕੱਲ ਆਪਣੇ ਗੀਤਾਂ ਦੇ ਨਾਲ ਤਹਿਲਕਾ ਮਚਾ ਦਿੱਤਾ ਹੈ। ਡਰਾਈਵਰ ਦਾ ਵੀਡੀਓ ਗੀਤ ਦੇਖਦੇ ਹੀ ਦੇਖਦੇ ਇੰਨਾ ਵਾਇਰਲ ਹੋ ਗਿਆ ਹੈ ਕਿ ਸਿੰਗਿੰਗ ਸੈਂਸੇਸ਼ਨ ਬਣ ਗਿਆ। ਇਸ 69 ਸਾਲਾ ਵਿਅਕਤੀ ਦਾ ਨਾਮ ਰਣਜੀਤ ਸਿੰਘ ਹੈ। ਇਸ ਗੀਤ ਦੇ ਵਿੱਚੋਂ ਇੰਗਲੈਂਡ ਵਿੱਚ ਬੱਸ ਡਰਾਈਵਰ ਵਜੋਂ ਆਪਣੀ ਨੌਕਰੀ ਬਾਰੇ ਗੱਲ ਕਰਦਾ ਹੈ। ਇਸ ਗੀਤ ਨੂੰ ਲੋਕ ਕਾਫੀ ਪਸੰਦ ਕਰ ਰਹੇ ਨੇ। ਇਸ ਗੀਤ ਦੀ ਧੁਨ ਲੋਕਾਂ ਨੂੰ ਨੱਚਣ ਦੇ ਲਈ ਮਜਬੂਰ ਕਰ ਰਹੀ ਹੈ। ਰਿਪੋਰਟ ਦੇ ਮੁਤਾਬਕ ਰਣਜੀਤ ਸਿੰਘ ਨੈਸ਼ਨਲ ਐਕਸਪ੍ਰੈਸ ਵੈਸਟ ਮਿਡਲੈਂਡਸ ਦੇ ਵੈਸਟ ਬ੍ਰੌਮਵਿਚ ਡਿਪੂ 'ਚ ਕੰਮ ਕਰਦਾ ਹੈ। ਉਹ ਪਿਛਲੇ 13 ਸਾਲਾਂ ਤੋਂ ਇਸ ਫਰਮ ਦੇ ਲਈ ਕੰਮ ਕਰ ਰਿਹਾ ਸਿੰਘ ਭਾਰਤ ਵਿੱਚ ਆਪਣੇ ਪਰਿਵਾਰ ਨੂੰ ਦਿਖਾਉਣਾ ਚਾਹੁੰਦਾ ਸੀਗਾ ਕਿ ਉਸਨੇ ਰੋਜ਼ੀ ਰੋਟੀ ਦੇ ਲਈ ਕੀ ਕੀਤਾ। ਇਸ ਦੇ ਲਈ ਉਸਨੇ ਆਪਣੇ ਕੁਝ ਦੋਸਤਾਂ ਦੇ ਨਾਲ ਇੱਕ ਵੀਡੀਓ ਗੀਤ ਰਿਕਾਰਡ ਕੀਤਾ। ਹੁਣ ਜਦੋਂ ਇਸ ਗੀਤ ਨੂੰ ਲੋਕ ਕਾਫੀ ਪਸੰਦ ਕਰ ਰਹੇ ਨੇ ਤਾਂ ਸਿੰਘ ਵੀ ਇਸ ਤੋਂ ਕਾਫੀ ਖੁਸ਼ ਨੇ। ਇਹ ਵੀਡੀਓ ਗੀਤ ਪੰਜਾਬੀ ਭਾਸ਼ਾ ਵਿੱਚ ਹੈ ਜੋ ਰਣਜੀਤ ਸਿੰਘ ਦੀ ਮੂਲ ਭਾਸ਼ਾ ਹੈ, ਯਾਨੀ ਕਿ ਸਾਡੀ ਮਾਂ ਬੋਲੀ ਪੰਜਾਬੀ। ਇਸ ਨੂੰ ਸੁਣਨ ਤੋਂ ਬਾਅਦ ਲੋਕਾਂ ਨੇ ਹਾਂ ਪੱਖੀ ਪ੍ਰਤੀਕਿਰਿਆਵਾਂ ਦਿੱਤੀਆਂ। ਸਿੰਘ ਨੇ ਕਿਹਾ ਕਿ ਟੀਮ ਭਾਵਨਾ ਕਾਰਨ ਇਹ ਸੰਭਵ ਹੋਇਆ। ਮੈਂ ਕੁਝ ਅਜਿਹਾ ਕਰਨਾ ਚਾਹੁੰਦਾ ਸੀ ਜੋ ਵੈਸਟ ਬ੍ਰੌਮਵਿਚ ਡਿਪੂ ਵਿਖੇ ਇਕੱਠੇ ਆਉਣ ਵਾਲੇ ਵੱਖ-ਵੱਖ ਭਾਈਚਾਰਿਆਂ ਦਾ ਇਕੱਠਾ ਜਸ਼ਨ ਮਨਾਵੇ। ਉਹਨਾਂ ਨੇ ਕਿਹਾ ਕਿ ਮੇਰਾ ਹਮੇਸ਼ਾ ਤੋਂ ਇਹ ਸੁਪਨਾ ਰਿਹਾ ਕਿ ਮੈਂ ਆਪਣੀ ਨੌਕਰੀ ਬਾਰੇ ਵੀਡੀਓ ਗੀਤ ਬਣਾਵਾਂ ਤਾਂ ਜੋ ਜਦੋਂ ਮੈਂ ਰਿਟਾਇਰ ਹੋਵਾਂ ਤਾਂ ਮੈਂ ਇਸ ਨੂੰ ਯਾਦ ਵਜੋਂ ਦੇਖ ਸਕਾਂ। ਮੈਂ ਯਾਦ ਰੱਖ ਸਕਾਂ ਕਿ ਆਪਣੇ ਦੋਸਤਾਂ ਦੇ ਨਾਲ ਬੱਸ ਕਿਵੇਂ ਚਲਾਉਂਦਾ ਸੀ। ਈਰਾਨ ਵਿੱਚ 4 ਮਹੀਨਿਆਂ ਤੋਂ ਚੱਲ ਰਹੇ ਹਿਜਾਬ ਵਿਰੋਧੀ ਪ੍ਰਦਰਸ਼ਨਾਂ ਦਾ ਅੰਤ ਹੋ ਗਿਆ। ਨਿਰਾਸ਼ ਲੋਕਾਂ ਨੇ ਧਰਨਾ ਛੱਡ ਕੇ ਘਰਾਂ ਨੂੰ ਪਰਤਣਾ ਸ਼ੁਰੂ ਕਰ ਦਿੱਤਾ। ਇਸ ਪਿੱਛੋਂ ਤਰਕ ਇਹ ਹੈ ਕਿ ਸਰਕਾਰ ਵਿਰੋਧੀ ਪ੍ਰਦਰਸ਼ਨਾਂ ਦਾ ਸਰਕਾਰ ਤੇ ਕੋਈ ਅਸਰ ਦਿਖਾਈ ਹੀ ਨਹੀਂ ਦੇ ਰਿਹਾ। ਇਸ ਦੇ ਉਲਟ ਸਰਕਾਰ ਹੋਰ ਵੀ ਸਖਤ ਰਵੱਈਆ ਅਪਣਾ ਰਹੀ ਹੈ। ਪ੍ਰਦਰਸ਼ਨ ਖਤਮ ਹੋ ਗਿਆ, ਇਸ ਦਾ ਰਸਮੀ ਐਲਾਨ ਅਜੇ ਨਹੀਂ ਹੋਇਆ। ਦੂਜੇ ਪਾਸੇ ਲੋਕਾਂ 'ਚ ਸਰਕਾਰ ਪ੍ਰਤੀ ਭਾਰੀ ਵਿਰੋਧ ਅਜੇ ਵੀ ਜਾਰੀ ਹੈ। ਦਰਅਸਲ 13 ਸਤੰਬਰ ਨੂੰ 22 ਸਾਲਾ ਮਹਾਸਾ ਅਮੀਨੀ ਆਪਣੇ ਪਰਿਵਾਰ ਨੂੰ ਮਿਲਣ ਦੇ ਲਈ ਤਹਿਰਾਨ ਆਈ। ਉਸਨੇ ਹਿਜਾਬ ਨਹੀਂ ਪਾਇਆ ਹੋਇਆ ਸੀ। ਪੁਲਿਸ ਨੇ ਤੁਰੰਤ ਮਹਾਸਾ ਨੂੰ ਗ੍ਰਿਫਤਾਰ ਕੀਤਾ। ਗ੍ਰਿਫਤਾਰੀ ਤੋਂ 3 ਦਿਨ ਬਾਅਦ 16 ਸਤੰਬਰ ਨੂੰ ਉਸਦੀ ਮੌਤ ਹੋ ਗਈ। ਉਸ ਤੋਂ ਬਾਅਦ ਇਹ ਜਿਹੜੇ ਪ੍ਰਦਰਸ਼ਨ ਨੇ ਇਹ ਵੱਧ ਗਏ। ਇਹ ਮਾਮਲਾ ਭਖਿਆ। ਦੇਸ਼ ਭਰ ਵਿੱਚ ਹਿਜਾਬ ਵਿਰੋਧੀ ਪ੍ਰਦਰਸ਼ਨ ਸ਼ੁਰੂ ਹੋਏ। ਇਸ ਕਾਰਨ ਹੁਣ ਤੱਕ ਫੁੱਟਬਾਲਰ, ਅਭਿਨੇਤਾ, ਪੱਤਰਕਾਰ, ਵਿਦਿਆਰਥੀਆਂ ਸਮੇਤ 20,000 ਤੋਂ ਵੱਧ ਲੋਕ ਜੇਲ੍ਹ ਜਾ ਚੁੱਕੇ ਨੇ। 100 ਤੋਂ ਵੱਧ ਲੋਕਾਂ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਹੈ। 4 ਪ੍ਰਦਰਸ਼ਨਕਾਰੀਆਂ ਨੂੰ ਫਾਂਸੀ ਤੇ ਲਟਕਾ ਦਿੱਤਾ ਗਿਆ। ਈਰਾਨ ਦੇ ਸੁਪਰੀਮ ਲੀਡਰ ਆਇਤੁੱਲਾ ਅਲੀ ਖੇਮੇਨੀ ਭਾਵੇਂ 4 ਮਹੀਨਿਆਂ ਬਾਅਦ ਸੁੱਖ ਦਾ ਸਾਹ ਲੈ ਰਹੇ ਨੇ, ਪਰ ਲੋਕਾਂ ਵਿੱਚ ਅਜੇ ਵਿਰੋਧ ਜਾਰੀ ਹੈ। ਯੂਨੀਵਰਸਿਟੀ ਕੈਂਪਸ ਜਿੱਥੇ ਲੰਬੇ ਸਮੇਂ ਤੱਕ ਪ੍ਰਦਰਸ਼ਨ ਹੁੰਦੇ ਰਹੇ, ਸੁਰੱਖਿਆ ਗਾਰਡਾਂ ਤੇ ਕੈਮਰਿਆਂ ਦੇ ਨਾਲ ਕਿਲੇ ਵਿੱਚ ਬਦਲ ਗਏ। ਇਸਲਾਮਿਕ ਗਣਰਾਜ ਦੀ ਤਾਰੀਫ ਕਰਨ ਵਾਲੇ ਬੈਨਰ ਲਾਏ ਗਏ। ਇੰਟਰਨੈਟ ਤੇ ਵੀ ਪਾਬੰਦੀ ਲਗਾ ਦਿੱਤੀ ਗਈ ਹੈ। ਰੋਸ ਮੁਜ਼ਾਹਰੇ ਸ਼ਾਂਤ ਹੋਏ ਨੇ, ਪਰ ਸਰਕਾਰ ਦੇ ਲਈ ਮੁਸ਼ਕਲਾਂ ਵੱਧ ਗਈਆਂ ਨੇ। ਦੇਸ਼ ਵਿੱਚ ਅਸ਼ਾਂਤੀ ਹੈ। ਯਾਤਰਾ ਕਰਨ ਵਾਲੇ ਇਰਾਨੀ ਲੋਕ ਹਵਾਈ ਜਹਾਜ਼, ਰੇਲ ਅਤੇ ਬੱਸ ਦੀਆਂ ਟਿਕਟਾਂ ਦੇ ਲਈ ਭਟਕ ਰਹੇ ਨੇ। ਡਾਲਰ ਦੇ ਮੁਕਾਬਲੇ ਰਿਆਲ ਦੀ ਕੀਮਤ 50 ਤੱਕ ਡਿੱਗ ਗਈ ਹੈ।